सत श्री अकाल प्यारे विद्यार्थियों, कुलविंदर लर्निंग पॉइंट चैनल ते तुहाडा स्वागत है। प्यारे विद्यार्थियों, अज असी पाठ पुस्तक सहितमाला भाग 10 जमात 10वीं दे वार्तक भाग दा पाठ मेरे वड्डे वडेरे दे प्रश्न उत्तर पढ़ांगे। प्रश्न 1, मेरे वड्डे वडेरे लेख दा सार लगभग 150 शब्दां विच लिखो। उत्तर, लेखक दे वड्डे वडेरे पुराने पंजाब दे नमूने दे मनुख सन जिन्हां नूं उसने देखिया नहीं सगों सुनिया है। उसदे बाबे 4 भरा सन जो नरोए शरीरां दे दब के वाहण ते रज के खाण वाले सन। ਉਹ ਲਾਗਲੇ ਪਿੰਡਾਂ ਲਈ ਹਊਆ ਸਨ। ਇੱਕ ਵਾਰ ਛਾਪੇ ਪਿੰਡ ਵਿੱਚ ਰਿਸ਼ਤੇਦਾਰਾਂ ਦੇ ਘਰ ਵਿਆਹ ਤੇ ਗਏ। ਉਹ ਮੇਲ ਗੇਲ ਲਈ ਬਣਾਏ ਪ੍ਰਸਾਦ ਦਾ ਸਾਰਾ ਕੜਾਹਾ ਚਟਮ ਕਰ ਗਏ, ਜਿਸ ਤੋਂ ਛਾਪੇ ਵਾਲਿਆਂ ਨੇ ਉਹਨਾਂ ਨਾਲ ਮਿਲਣਾ ਵਰਤਣਾ ਬੰਦ ਕਰ ਦਿੱਤਾ। ਉਸ ਦੇ ਬਾਬੇ ਪੁੰਨੂ ਨੇ ਪਿੰਡ ਦੇ ਚੌਧਰੀ ਤੋਂ ਪੱਕੀ ਰਸਦ ਮੰਗਦੇ ਇੱਕ ਭੂਤਰੇ ਪਹਿਲਵਾਨ ਦੀ ਘੋਲ ਵਿੱਚ ਤੌਬਾ ਕਰਾ ਦਿੱਤੀ। ਉਸ ਦਾ ਇੱਕ ਬਾਬਾ ਹਨੇਰੀ ਨਾਲ ਡਿੱਗੇ ਇੱਕ ਭਾਰੇ ਸ਼ਹਿਤੂਤ ਨੂੰ ਬਿਨਾਂ ਛਾਂਗਿਆਂ ਘਸੀਟ ਕੇ ਘਰ ਲੈ ਆਇਆ। ਉਸ ਦਾ ਬਾਬਾ ਦਾਸ ਕੁਝ ਬੰਦਿਆਂ ਦੁਆਰਾ ਮੈਰੇ ਵਿੱਚ ਸੁੱਟੀ ਕਿੱਕਰ ਦੀ ਗੇਲੀ ਨੂੰ ਇਕੱਲਾ ਹੀ ਚੁੱਕ ਲਿਆਇਆ ਤੇ ਮਗਰੋਂ 80-90 ਵਰ੍ਹੇ ਬਾਅਦ ਉਹ ਲਟੈਣ 8-10 ਗੱਭਰੂਆਂ ਨੇ ਚੁੱਕ ਕੇ ਚੜਾਈ। ਬਾਬਿਆਂ ਦੀ ਇੱਕ ਭੈਣ ਦੁਆਰਾ ਚੁੱਕ ਕੇ ਲਿਆਂਦੀ ਸਿੱਟਿਆਂ ਦੀ ਪੰਡ ਵਿੱਚੋਂ 5 ਮਣ ਕੱਚੀ ਜਵਾਰ ਨਿਕਲੀ। ਉਹਨਾਂ ਦੀ ਚੜਿੱਕ ਵਿਹਾਈ ਇੱਕ ਭੈਣ ਨੇ ਜਦੋਂ ਉੱਥੋਂ ਦੇ ਪਹਿਲਵਾਨ ਦਾ ਭਾਰਾ ਮੁਕਦਰ, ਜਿਸ ਨੂੰ ਹੋਰ ਕੋਈ ਗੱਭਰੂ ਨਹੀਂ ਸੀ ਚੁੱਕ ਸਕਦਾ, 2 ਵਾਰੀ ਚੁੱਕ ਕੇ ਪਰਾਂ ਵਗਾਇਆ ਤਾਂ ਉਹ ਪਹਿਲਵਾਨ ਨਜ਼ਰਾਨਾ ਲੈ ਕੇ ਉਸ ਅੱਗੇ ਹਾਜ਼ਰ ਹੋਇਆ ਤੇ ਸਾਰੀ ਉਮਰ ਉਸਦੀ ਮਾਨਤਾ ਕਰਦਾ ਰਿਹਾ। ਉਸ ਭੈਣ ਦੇ ਮੱਖਣਾਂ ਨਾਲ ਪਾਲੇ 2 ਪੁੱਤਰਾਂ ਵਿੱਚੋਂ ਇੱਕ ਮੰਗਲ ਸਿੰਘ ਨਾਮੀ ਪਹਿਲਵਾਨ ਬਣਿਆ। ਲੇਖਕ ਨੂੰ ਆਪਣੇ ਅਜਿਹੇ ਵੱਡੇ ਵਡੇਰੇ ਕੋਈ ਦਿਓ ਦਾਨੋ ਜਾਪਦੇ ਹਨ। ਪ੍ਰਸ਼ਨ 2, ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ? ਉੱਤਰ, ਲੇਖਕ ਦੇ ਵਡੇਰਿਆਂ ਦਾ ਨੇੜੇ ਦੇ ਪਿੰਡ ਛਾਪੇ ਵਿਖੇ ਖੂਨ ਦਾ ਰਿਸ਼ਤਾ ਹੋਣ ਕਾਰਨ ਵਰਤ ਵਰਤਾਰਾ ਸੀ। ਉਹਨਾਂ ਇੱਕ ਵਿਆਹ ਤੇ ਲੇਖਕ ਦੇ ਦਾਦਿਆਂ ਨੂੰ ਰੋਟੀ ਤੇ ਸੱਦਿਆ। ਉੱਥੇ ਲੇਖਕ ਦੇ 4 ਬਾਬਿਆਂ 4 ਭਰਾਵਾਂ ਨੇ ਇਕੱਲਿਆਂ ਹੀ ਕੜਾਹ ਪ੍ਰਸ਼ਾਦ ਦਾ ਸਾਰਾ ਕੜਾਹਾ ਮੁਕਾ ਛੱਡਿਆ। ਛਾਪੇ ਪਿੰਡ ਵਾਲਿਆਂ ਨੇ ਬਾਬਿਆਂ ਦੀ ਇਹ ਕਰਾਮਾਤ ਦੇਖ ਕੇ ਫੈਸਲਾ ਕਰ ਲਿਆ ਕਿ ਅੱਗੋਂ ਤੋਂ ਨਾ ਕਦੇ ਇਹਨਾਂ ਦੇ ਵਿਆਹ ਸ਼ਾਦੀ ਤੇ ਜਾਣਾ ਹੈ ਅਤੇ ਨਾ ਹੀ ਇਹਨਾਂ ਨੂੰ ਮੁੜ ਕੇ ਸੱਦਣਾ ਹੈ। ਇਸ ਤਰ੍ਹਾਂ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਤੋੜ ਲਿਆ ਸੀ। ਪ੍ਰਸ਼ਨ 3, ਪੁਰਾਣੇ ਸਮੇਂ ਵਿੱਚ ਭਲਵਾਨ ਕਿਵੇਂ ਪਿੰਡਾਂ ਉੱਤੇ ਫਤਿਹ ਪ੍ਰਾਪਤ ਕਰਦੇ ਸਨ? ਉੱਤਰ, ਪੁਰਾਣੇ ਸਮੇਂ ਵਿੱਚ ਪਹਿਲਵਾਨ ਢੋਲੀ ਨੂੰ ਨਾਲ ਲੈ ਕੇ ਜਿੱਤ ਦਾ ਝੰਡਾ ਫੜ ਕੇ ਰਵਾਨਾ ਹੁੰਦੇ ਅਥਵਾ ਅੱਗੇ ਵੱਧਦੇ ਸਨ। ਇੱਕ ਪਿੰਡ ਨੂੰ ਜਿੱਤ ਕੇ ਉਹ ਦੂਜੇ ਪਿੰਡ ਤੇ ਚੜ੍ਹਾਈ ਕਰ ਦਿੰਦੇ ਸਨ। ਉਹਨਾਂ ਦੇ ਨਾਲ ਮਸਤੇ ਹੋਏ ਮੁੰਡਿਆਂ ਦਾ ਟੋਲਾ ਅਤੇ ਉਹਨਾਂ ਦੇ ਕਈ ਚਾਂਬਲੇ ਹੋਏ ਸ਼ਾਗਿਰਦ ਹੁੰਦੇ ਸਨ। ਉਹ ਜਿਸ ਪਿੰਡ ਪਹੁੰਚਦੇ ਉਸ ਪਿੰਡ ਦੇ ਲੋਕਾਂ ਲਈ ਪਹਿਲਵਾਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ। ਸਵਾਗਤ ਤੋਂ ਬਾਅਦ ਪਹਿਲਵਾਨ ਸਭਾ ਵਿੱਚ ਝੰਡਾ ਗੱਡ ਦਿੰਦੇ ਸਨ ਅਤੇ ਕਹਿੰਦੇ ਸਨ ਕਿ ਇੱਥੇ ਕੋਈ ਤਾਕਤ ਵਾਲਾ ਬੰਦਾ ਹੈ ਤਾਂ ਉਹਨਾਂ ਦੇ ਨਾਲ ਘੁਲ ਲਵੇ। ਜਿਸ ਪਿੰਡ ਵਿੱਚ ਮੁਕਾਬਲਾ ਕਰਨ ਵਾਲਾ ਕੋਈ ਪਹਿਲਵਾਨ ਨਾ ਹੁੰਦਾ, ਉਹ ਪਿੰਡ ਤੋਂ ਉਹ ਪੱਕੀ ਰਸਦ ਲੈ ਕੇ ਭਾਵ ਉਸ ਨੂੰ ਜਿੱਤਿਆ ਸਮਝ ਕੇ ਅਗਲੇ ਪਿੰਡ ਤੇ ਚੜ੍ਹਾਈ ਕਰਦੇ। ਪ੍ਰਸ਼ਨ 4, ਲੋਕ ਭਲਵਾਨਾਂ ਦਾ ਕਿਵੇਂ ਸਤਿਕਾਰ ਕਰਦੇ ਸਨ? ਉੱਤਰ, ਪੁਰਾਣੇ ਜ਼ਮਾਨੇ ਵਿੱਚ ਪਹਿਲਵਾਨ ਢੋਲੀ ਨੂੰ ਨਾਲ ਲੈ ਕੇ ਜਿੱਤ ਦਾ ਝੰਡਾ ਫੜੀ ਰਵਾਨਾ ਹੁੰਦੇ ਸਨ। ਉਹ ਜਿਸ ਵੀ ਪਿੰਡ ਵਿੱਚ ਪੁੱਜਦੇ ਉੱਥੋਂ ਦੇ ਲੋਕਾਂ ਲਈ ਉਹਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ। ਪਿੰਡ ਦੇ ਲੋਕ ਭਲਵਾਨਾਂ ਦੀ ਚੰਗੀ ਆਓ ਭਗਤ ਅਥਵਾ ਸਤਿਕਾਰ ਕਰਦੇ ਸਨ। ਪੁਰਾਣੇ ਜ਼ਮਾਨੇ ਵਿੱਚ ਲੋਕ ਪਹਿਲਵਾਨਾਂ ਨੂੰ ਘਿਓ ਇਕੱਠਾ ਕਰਕੇ ਦਿੰਦੇ ਸਨ। ਉਹ ਗੁੜ ਤੇ ਕੱਪੜੇ ਦੇ ਥਾਨਾਂ ਦੀਆਂ ਪੰਡਾਂ ਬੰਨ੍ਹ ਦਿੰਦੇ ਸਨ। ਪੀਰਾਂ ਫਕੀਰਾਂ ਵਾਂਗ ਪਹਿਲਵਾਨਾਂ ਨੂੰ ਨਕਦੀ ਵੀ ਚੜ੍ਹਾਈ ਜਾਂਦੀ ਸੀ। ਇਸ ਤਰ੍ਹਾਂ ਲੋਕ ਪਹਿਲਵਾਨਾਂ ਦਾ ਬਹੁਤ ਸਤਿਕਾਰ ਕਰਦੇ ਸਨ। ਪ੍ਰਸ਼ਨ 5, ਬਾਬੇ ਪੁੰਨੂ ਤੇ ਭਲਵਾਨ ਵਿਚਕਾਰ ਹੋਈ ਕੁਸ਼ਤੀ ਦਾ ਵਰਣਨ ਕਰੋ। ਉੱਤਰ, ਪਹਿਲਵਾਨ ਦਾ ਅਭਿਆਸੀ ਸਰੀਰ ਦੇਖ ਕੇ ਸਭ ਹੈਰਾਨ ਸਨ ਕਿ ਉਸ ਨਾਲ ਕੌਣ ਘੁਲੇਗਾ। ਪਹਿਲਵਾਨ ਨੇ ਕਿਹਾ
कि जेकर मुकाबला करना है ਤਾਂ ਪਹਿਲਵਾਨ ਨੂੰ ਕੱਢੋ। ਬਾਬਾ ਪੁੰਨੂ ਨੇ ਪਹਿਲਵਾਨ ਨੂੰ ਹੌਸਲੇ ਨਾਲ ਕਿਹਾ ਕਿ ਉਹ ਪਹਿਲਾਂ ਉਸ ਅੱਖੜ ਜਿਹੇ ਬੰਦੇ ਨਾਲ ਹੀ 2 ਹੱਥ ਕਰ ਲਵੇ। 1-2 ਸ਼ੁਰੂਆਤੀ ਹੱਥ ਕਰਨ ਪਿੱਛੋਂ ਬਾਬੇ ਪੁੰਨੂ ਨੇ ਪਹਿਲਵਾਨ ਦੀ ਠੋਡੀ ਹੇਠ ਕੂਹਣੀ ਦੀ ਰੋਕ ਦੇ ਕੇ ਮਗਰੋਂ ਗਰਦਨ ਵੱਲੋਂ ਵਲੇਵੇਂ ਨਾਲ ਉਤਾਂਹ ਨੂੰ ਚੁੱਕ ਕੇ ਪਹਿਲਵਾਨ ਨੂੰ ਬਾਹਾਂ ਤੇ ਜ਼ਮੀਨ ਤੋਂ ਉੱਪਰ ਇਸ ਤਰ੍ਹਾਂ ਚੁੱਕਿਆ ਕਿ ਉਸ ਦੇ ਪੈਰ ਜ਼ਮੀਨ ਤੇ ਨਾ ਲੱਗਣ। ਉਸ ਦਾ ਸਾਰਾ ਭਾਰ ਮੂੰਹ ਦੀ ਠੋਡੀ ਅਤੇ ਗਰਦਨ ਤੇ ਆਣ ਪਿਆ। ਥੋੜੀ ਦੇਰ ਬਾਅਦ ਜਦ ਉਸ ਦੀਆਂ ਅੱਖਾਂ ਦੇ ਆਂਡੇ ਬਾਹਰ ਆਉਣ ਲੱਗੇ, ਸਿਰ ਚਕਰਾਇਆ ਤਾਂ ਉਸ ਦਾ ਘੋਰੜੂ ਵੱਜਣ ਲੱਗਾ। ਪਹਿਲਵਾਨ ਨੇ ਮਸਾਂ ਇਸ਼ਾਰਿਆਂ ਨਾਲ ਜਾਨ ਬਖਸ਼ਾਉਣ ਦੇ ਵਾਸਤੇ ਪਾ ਕੇ ਪਿੱਛਾ ਛੁਡਾਇਆ। ਲੋਕ ਪਹਿਲਵਾਨ ਨੂੰ ਘੇਰ ਕੇ ਅਖਾੜੇ ਵੱਲ ਖਿੱਚਦੇ ਸਨ ਅਤੇ ਉਹ ਉੱਥੋਂ ਦੌੜਨ ਦੇ ਰਾਹ ਲੱਭਦਾ ਸੀ। ਅੰਤ ਦਿਨ ਛਿਪਣ ਤੋਂ ਪਹਿਲਾਂ ਉਹ ਆਪਣਾ ਇਕੱਠਾ ਕੀਤਾ ਸਮਾਨ ਛੱਡ ਕੇ ਦੌੜ ਗਿਆ। ਲੋਕਾਂ ਦੇ ਦਿਲਾਂ ਵਿੱਚ ਬਾਬੇ ਪੁੰਨੂ ਦੀ ਜਿੱਤ ਦੀ ਧੁਨੀ ਕਈ ਸਾਲਾਂ ਤੱਕ ਗੂੰਜਦੀ ਰਹੀ। ਪ੍ਰਸ਼ਨ 6 ਕਿਧਰੇ ਸਾਡੇ ਬਾਬੇ ਵੀ ਕੋਈ ਦਿਓਦਾਨੋ ਤਾਂ ਨਹੀਂ ਸਨ? ਮੇਰੇ ਵੱਡੇ ਵਡੇਰੇ ਲੇਖ ਦੇ ਪ੍ਰਸੰਗ ਵਿੱਚ ਇਸ ਪੱਥਨ ਦੀ ਪੁਸ਼ਟੀ ਕਰੋ। ਉੱਤਰ, ਲੇਖਕ ਕਹਿੰਦਾ ਹੈ ਕਿ ਜਦ ਉਹ ਛੋਟਾ ਹੁੰਦਾ ਸੀ ਤਾਂ ਉਸ ਨੂੰ ਦਿਓਆਂ ਅਥਵਾ ਜਿੰਨ ਭੂਤਾਂ ਦੀਆਂ ਕਹਾਣੀਆਂ ਸੁਣ ਕੇ ਜਿੰਨਾ ਡਰ ਲੱਗਦਾ ਸੀ, ਓਨਾ ਹੀ ਡਰ ਆਪਣੇ ਵੱਡੇ ਵਡੇਰਿਆਂ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ। ਅਜਿਹਾ ਇਸ ਲਈ ਹੈ ਕਿ ਲੇਖਕ ਦੇ ਵੱਡੇ ਵਡੇਰਿਆਂ ਦੇ ਜੀਵਨ ਦੀਆਂ ਘਟਨਾਵਾਂ ਅਥਵਾ ਉਹਨਾਂ ਦੀਆਂ ਗੱਲਾਂ ਅਸਧਾਰਨ ਸਨ। ਇਹ ਉਹਨਾਂ ਦੇ ਅਸਧਾਰਨ ਕਾਰਨਾਮੇ ਸਨ। ਇਹਨਾਂ ਨੂੰ ਸੁਣ ਕੇ ਲੱਗਦਾ ਹੈ ਕਿ ਇਹ ਬਜ਼ੁਰਗ ਕਰਾਮਾਤੀ ਸਨ। ਇਸੇ ਪ੍ਰਸੰਗ ਵਿੱਚ ਲੇਖਕ ਕਹਿੰਦਾ ਹੈ ਕਿ ਕਈ ਵਾਰ ਖਿਆਲ ਆਉਂਦਾ ਹੈ ਕਿ ਕਿਤੇ ਉਹਨਾਂ ਦੇ ਬਾਬੇ ਵੀ ਕੋਈ ਦਿਓ ਦਾਨਵ ਤਾਂ ਨਹੀਂ ਸਨ। ਅਸਲੀਅਤ ਇਹ ਹੈ ਕਿ ਉਹ ਸਧਾਰਨ ਮਨੁੱਖ ਸਨ, ਪਰ ਉਹਨਾਂ ਦੇ ਸਰੀਰ ਅਸਧਾਰਨ ਰੂਪ ਵਿੱਚ ਨਰੋਏ ਸਨ। ਪ੍ਰਸ਼ਨ 7 ਇਸ ਪਾਠ ਮੇਰੇ ਵੱਡੇ ਵਡੇਰੇ ਵਿੱਚ ਬਾਬਿਆਂ ਦੀਆਂ ਭੈਣਾਂ ਦੇ ਕਾਰਨਾਮਿਆਂ ਦਾ ਜੋ ਜ਼ਿਕਰ ਆਇਆ ਹੈ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ, ਮੇਰੇ ਵੱਡੇ ਵਡੇਰੇ ਲੇਖ ਵਿੱਚ ਲੇਖਕ ਦੇ ਬਾਬਿਆਂ ਦੇ ਕਾਰਨਾਮਿਆਂ ਦਾ ਵਰਣਨ ਹੀ ਨਹੀਂ ਮਿਲਦਾ, ਸਗੋਂ ਉਹਨਾਂ ਦੀਆਂ ਭੈਣਾਂ ਦੇ ਕਾਰਨਾਮਿਆਂ ਦੀ ਜਾਣਕਾਰੀ ਵੀ ਮਿਲਦੀ ਹੈ। ਲੇਖਕ ਦੱਸਦਾ ਹੈ ਕਿ ਬਾਬਿਆਂ ਦੀਆਂ ਭੈਣਾਂ ਵੀ ਬਹੁਤ ਤਾਕਤਵਰ ਸਨ। ਇੱਕ ਵਾਰ ਉਹਨਾਂ ਦੇ ਪਰਿਵਾਰ ਦੇ ਸਾਰੇ ਜੀਅ ਬਾਹਰ ਜੁਆਰ ਦੇ ਸਿੱਟੇ ਤੋੜਦੇ ਸਨ। ਉਹਨਾਂ ਦੀ ਛੋਟੀ ਭੈਣ ਰੋਟੀ ਦੇ ਕੇ ਮੁੜਨ ਵੇਲੇ ਤੋੜੇ ਹੋਏ ਸਿੱਟਿਆਂ ਦੀ ਪੰਡ ਲਿਆਈ, ਜਿਸ ਵਿੱਚੋਂ 5 ਮਣ ਕੱਚੀ ਜੁਆਰ ਨਿਕਲੀ ਤੇ ਬਾਕੀ ਨਿੱਕ ਸੁੱਕ ਬਿਨਾਂ ਤੋਲਣ ਦੇ ਸੁੱਟ ਦਿੱਤਾ ਗਿਆ ਸੀ। ਬਾਬਿਆਂ ਦੀ ਝੜਿੱਕ ਵਿਆਹੀ ਹੋਈ ਭੈਣ ਨੇ ਪਹਿਲਵਾਨ ਦੇ ਮੁਕਦਰ ਨੂੰ ਪਹਿਲੀ ਵਾਰ ਨਾਲ ਦੇ ਖੋਲੇ ਵਿੱਚ ਵਗਾਹ ਮਾਰਿਆ ਤੇ ਦੂਜੀ ਵਾਰ ਇੰਨੇ ਜ਼ੋਰ ਦੀ ਵਗਾਇਆ ਕਿ ਅਗਲੇ ਖੋਲੇ ਦੀ ਕੰਧ ਢਹਿ ਗਈ। ਇਸ ਮੁਕਦਰ ਨੂੰ ਇਸ ਪਹਿਲਵਾਨ ਤੋਂ ਬਿਨਾਂ ਨੇੜੇ ਦੇ ਪਿੰਡ ਵਿੱਚ ਵੀ ਕੋਈ ਨਹੀਂ ਸੀ ਚੁੱਕ ਸਕਦਾ। ਪਹਿਲਵਾਨ ਇੰਨਾ ਘਬਰਾਇਆ ਕਿ ਉਸਨੇ ਬਾਬਿਆਂ ਦੀ ਭੈਣ ਦੀ ਤਾਕਤ ਨੂੰ ਮੰਨ ਕੇ ਪਹਿਲਵਾਨੀ ਛੱਡ ਦਿੱਤੀ। ਪ੍ਰਸ਼ਨ 8 ਹੇਠ ਲਿਖੇ ਮੁਹਾਵਰਿਆਂ ਅਤੇ ਮੁਹਾਵਰੇਦਾਰ ਵਾਕ ਅੰਸ਼ਾਂ ਦੇ ਵਾਕ ਬਣਾ ਕੇ ਅਰਥ ਸਪਸ਼ਟ ਕਰੋ। ਇਸ ਪ੍ਰਸ਼ਨ ਦਾ ਅਰਥ ਹੈ ਕਿ ਸਾਨੂੰ ਕੁਝ ਮੁਹਾਵਰੇ ਦਿੱਤੇ ਗਏ ਹਨ ਜਾਂ ਸਾਨੂੰ ਕੁਝ ਮੁਹਾਵਰੇਦਾਰ ਵਾਕੰਸ਼ ਦਿੱਤੇ ਗਏ ਹਨ। ਅਸੀਂ ਕੀ ਕਰਨਾ ਹੈ ਕਿ ਇਹਨਾਂ ਮੁਹਾਵਰਿਆਂ ਦੇ ਵਾਕ ਬਣਾਉਣੇ ਹਨ ਤੇ ਵਾਕ ਵੀ ਇਸ ਤਰ੍ਹਾਂ ਬਣਾਉਣੇ ਹਨ ਕਿ ਉਹਨਾਂ ਦੇ ਅਰਥ ਜਿਹੜੇ ਆ ਉਹ ਸਪਸ਼ਟ ਹੋ ਜਾਣ। ਚਲੋ ਅਸੀਂ ਇਸ ਦਾ ਉੱਤਰ ਲਿਖਦੇ ਹਾਂ। ਪਹਿਲਾ ਮੁਹਾਵਰਾ ਹੈ 90 ਦੇ ਲੇਖੇ ਵਿੱਚ ਪੈਣਾ। ਵਾਕ ਹੈ ਇਸ ਦਾ, ਜਦੋਂ ਦਾ ਉਹ ਕਲਰਕੀ ਕਰਨ ਲੱਗ ਪਿਆ ਉਹ 90 ਦੇ ਲੇਖੇ ਵਿੱਚ ਪਿਆ ਰਹਿੰਦਾ ਹੈ। ਦੂਸਰਾ ਮੁਹਾਵਰਾ ਹੈ ਜੀ ਕਾਗਜੀ ਭਲਵਾਨ। ਇਸ ਦਾ ਵਾਕ ਹੈ ਲੇਖਕ ਦੇ ਇਕਹਿਰੇ ਸਰੀਰ ਨੂੰ ਵੇਖ ਕੇ ਪਿੰਡ ਦੇ ਲੋਕ ਉਸ ਨੂੰ ਕਾਗਜ਼ੀ ਭਲਵਾਨ ਆਖ ਕੇ ਮਜ਼ਾਕ ਕਰਦੇ ਸਨ। ਅਗਲਾ ਹੈ ਕੁੱਲ ਨੂੰ ਲੀਕ ਲਾਉਣਾ। ਇਸ ਦਾ ਵਾਕ ਹੈ ਲੇਖਕ ਦੀ ਸਿਹਤ ਆਪਣੇ ਦਾਦਿਆਂ ਬਾਬਿਆਂ ਵਰਗੀ ਨਹੀਂ ਸੀ, ਇਸ ਲਈ ਸਾਰੇ ਕਹਿੰਦੇ ਸਨ ਕਿ ਉਸ ਨੇ ਆਪਣੇ ਕੁੱਲ ਨੂੰ ਲੀਕ ਲਾ ਦਿੱਤੀ ਹੈ। ਅਗਲਾ ਮੁਹਾਵਰਾ ਹੈ ਚੰਨ ਚਿਰਾਗ। ਇਸ ਦਾ ਵਾਕ ਹੈ ਲੇਖਕ ਆਪਣੇ ਕੁੱਲ ਦਾ ਚੰਨ ਚਿਰਾਗ ਸੀ। ਅਗਲਾ ਹੈ ਤੌਰ ਭੌਰ ਹੋਣਾ। ਇਸ ਦਾ ਵਾਕ ਹੈ ਦਾਦੇ ਪੁੰਨੂ ਦੀ ਤਾਕਤ ਦੇਖ ਕੇ ਪਹਿਲਵਾਨ ਤੌਰ ਭੌਰ ਹੋ ਗਿਆ। ਅਗਲਾ ਹੈ ਪੱਤਰਾ ਵਾਚਣਾ। ਇਸ ਦਾ ਵਾਕ ਹੈ ਬਾਬੇ ਪੁੰਨੂ ਦੇ ਛੱਡਦਿਆਂ ਹੀ ਪਹਿਲਵਾਨ ਪੱਤਰਾ ਵਾਚ ਕੇ ਨੱਸ ਗਿਆ। ਅਗਲਾ ਹੈ
दाओ लगना। इसका वाक है, बाबे पुन्नू दे दाओ लगन ते पहलवान दे अखां दे आंडे बाहर आ गए। अगला है मार धाड़। इसका वाक है, पुराने समय विच जंगल दे इलाके विच मार धाड़ हुंदी रहिंदी सी। प्यारे विद्यार्थियों, ये सन मेरे वड्डे वडेरे पाठ दे प्रश्न उत्तर जिन्हां नूं असीं बड़े ध्यान नाल पढ़िया। आस करदी हां तुहानूं ये सारे चंगी तरह समझ आ गए होणगे। जेकर तुहानूं मेरी वीडियो चंगी लगी प्लीज़ लाइक शेयर ते सबसक्राइब जरूर करना। धन्नवाद।